अंधेरा दूर होया सी। अज फिर वही विद बनी है कि नानक देव महाराज साहब जी तो पंडित हरदयाल उपदेश लैण की इच्छा कर रहा है तो वह विधि जिहड़ी है वो समा बन आया है। दिज सतरे को धर्म जो तरे जुगै पवित सुपावन करे। कहन लगा क्या गुरु नानक जिहड़ा ब्राह्मण क्षत्रिय धर्म है ये धर्म है मर्यादा है। इस विच जनेऊ जिहड़ा है वो पाउणा पैंदा है ते हर क्षत्रिय जिहड़ा है हर ब्राह्मण जिहड़ा है वो इसनूं पहनदा है। जावत रेत न अस अनुसारे तावद न चोकै अधिकारी। कहते ने कि जदों तक ये रीत नहीं धारण करदा ग्रहण करदा तदों तक ये इस धर्म दे धारण दा अधिकारी नहीं हुंदा। दिवज बाहज को इस बिन धर्म रहत नहीं बूझो ए मरमा। ब्राह्मणा पंडितां दा जिहड़ा धर्म ये जनेऊ तो बगैर रह नहीं सकदा। बेदन बिद सो जब गुर पावह दिवज बाहज निज धर्म है आवह। कहते ने कि जब वेदियां दी रीत अनुसार ये जनेऊ पाया जाता है तद चाहे कोई पंडित होवे ब्राह्मण होवे वो अपने धर्म विच आउंदा है। सुन परोदा के बचन कृपाला कमल बदन कह गिरा रिसाला। कृपालु सतगुरां ने जद परोधा पंडित हरदयाल दे बचन सुने अपने कमल मुख तो सतगुरु साहब जी कहन लग पए हन। दिवज बाहज को धर्म जो आहे घर में पाए सूत राही। महाराज कहन लगे कि जड़ा ब्राह्मणा दा धर्म है कि ये गल विच सूत पाया ही रह सकता है। किदो सुकर्म करे ते रही दया आद जे शुभ निर्बही। कि चंगे दया शुभ कर्म नेकी दे कर्म करदियां धर्म रह आउंदा है ये दसना करो। पाए सूत घर करत कुकर्मा तन हित हंसा त्रो है अधर्मा। मनुख जनेऊ पा करके ते कुकर्म करे ते जनेऊ पाउण तो बाद कुकर्म करे तां की ये धर्म जिहड़ा है वो रह जांदा है। अंत परजत दुष्टा तारे झूठ पिसनता चित हितकारी। अंत तक ताए जनेऊ पहन करके झूठ बोलता है पिछनता फरेबी करता है ठगियां ठोरियां मारता है ते की ये जनेऊ जिहड़ा है ये उदों तक साथ दिंदा है कि इन्हां कीते हुए पापां नूं कटदा है। जो खतरे दे वज किदो चंडाला सह जाए जम दंड विसाला। जनेऊ पा करके तां कोई पवित्रता नहीं हुई ना कि बुरे काम ही करते रहना श्रेष्ठ काम ना करने। जो दिज खत्री जेड़ा है ब्राह्मण पंडित जनेऊ पा करके ऐसा कर्म करता है वो अंत समय अस बिद को जे है तुम पासो घर मुझ पावो दो कृत नासो। जम दे बस पैंदा है। हाँ जेकर के ऐसा विधि वाला तुहाडे कोल जनेऊ है तो वो मैनू पा देना करो। करत सूत को ग्रंथन पाए
ਜਲ ਜਾਵੇਂ ਇਹ ਸੰਗ ਨ ਜਾਏ। ਜੋ ਸਾਰੇ ਪਾਪਾਂ ਨੂੰ ਕੱਟੇ। ਇਹ ਤਾਂ ਜਿਹੜਾ ਸੂਤ ਦਾ ਧਾਗਾ ਹੈ ਅੰਤ ਸਮੇਂ ਇੱਥੇ ਸੜ ਜਾਵੇਗਾ, ਸਵਾਹ ਹੋ ਜਾਵੇਗਾ। ਇਸਨੇ ਤਾਂ ਨਾਲ ਨਹੀਂ ਜਾਣਾ ਹੈ। ਜਾਨੋ ਕੱਚਾ ਕਾਜ ਸੰਸਾਰੋ ਲੋਕ ਦਿਖਾਵਾ ਕਰਤ ਗਵਾਰੋ। ਇਹ ਤਾਂ ਇੱਕ ਸੰਸਾਰ ਦੀ ਕੱਚੀ ਰਹੁ ਰੀਤੀ ਹੈ। ਲੋਕ ਦਿਖਾਵਾ ਹੈ, ਭੇਖ ਦਿਖਾਏ ਜਗਤ ਕੋ ਲੋਗਣ ਕੋ ਬਸ ਕੀਨ। ਛਤਰੀਆਂ ਪੰਡਤਾਂ ਬ੍ਰਾਹਮਣਾਂ ਨੇ ਵੇਦਾਂ ਦਾ ਸਹਾਰਾ ਲੈ ਵੇਦਾਂ ਦੀ ਰਿਚੀਆਂ ਮੁਤਾਬਕ ਇਹ ਤਾਂ ਇੱਕ ਭੇਖ ਦਿਖਾਵਾ ਕੀਤਾ। ਵੇਦੀ ਬਣਾਉਣੀ, ਮੰਤਰਾਂ ਦਾ ਜਾਪ ਕਰਕੇ ਜੰਨੂ ਪਾਉਣਾ। ਜੰਨੂ ਪਾਉਣ ਤੋਂ ਬਾਅਦ ਉਸੇ ਹੀ ਖੋਟੇ ਕਰਮਾਂ ਵਿੱਚ ਹੀ ਖਚਿਤ ਰਹਿਣਾ। ਤੇ ਪੁਣਾ ਕੀ ਅੰਤ ਸਮੇਂ ਨਾਲ ਜਾਏਗਾ, ਸਵਾਹ ਹੋ ਜਾਏਗਾ? ਨਹੀਂ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਸੂਤ ਦਾ ਧਾਗਾ ਜਨੇਊ ਪਾ ਕਰਕੇ ਫਿਰ ਇਹ ਮਨੁੱਖ ਜਿਹੜੇ ਖੋਟੇ ਕਰਮ ਹੀ ਕਰਦਾ ਰਹਿੰਦਾ। ਇਹ ਤਾਂ ਲੋਕ ਦਿਖਾਵਾ ਹੈ। ਭੇਖ ਦਿਖਾਏ ਜਗਤ ਕੋ। ਇਸ ਦੇ ਪਹਿਨਣ ਵਾਲਿਆਂ ਨੇ ਇੱਕ ਭੇਖ ਦਿਖਾਇਆ ਹੈ, ਦਿਖਾਵਾ ਕੀਤਾ ਹੈ ਲੋਕਾਂ ਨੂੰ। ਲੋਗਣ ਕੋ ਬਸ ਕੀਨ, ਸਿਰਫ ਲੋਕਾਂ ਨੂੰ ਵਸ ਕਰਨ ਵਾਸਤੇ ਕਿ ਅਸੀਂ ਸ਼੍ਰੇਸ਼ਟ ਉੱਚੀ ਕੁਲ ਦੇ ਹਾਂ। ਮਹਾਰਾਜ ਸਾਹਿਬ ਜੀ ਨੇ ਤਾਂ ਉੱਚੀਆਂ ਕੁਲਾਂ ਦੇ ਜਾਤ ਦੇ ਹੰਕਾਰ ਵਾਲਿਆਂ ਵਾਸਤੇ ਇਉਂ ਫਰਮਾਨ ਕੀਤਾ ਹੈ। ਸੁਣ ਕਰ ਬਚ ਹਰ ਦਿਆਲ ਰਸਾਲਾ ਪੁਲ ਕਾਵਲ ਤਨ ਹਰਖ ਵਿਸਾਲਾ। ਮਹਾਰਾਜ ਸਾਹਿਬ ਜੀ ਤਾਂ ਕਹਿੰਦੇ ਨੇ ਕਿ ਜਾਤ ਕਾ ਗਰਭ ਨਾ ਕਰੇ ਹੋ ਕੋਈ, ਬ੍ਰਹਮ ਬਿੰਦੇ ਤੇ ਬ੍ਰਾਹਮਣ ਹੋਈ। ਕਿ ਬ੍ਰਹਮ ਦੀ ਵਿਚਾਰ ਕਰਨ ਵਾਲਾ ਹੀ ਅਸਲੀ ਬ੍ਰਾਹਮਣ ਹੈ। ਜਾਤ ਕਾ ਗਰਭ ਨਾ ਕਰ ਮੂਰਖ ਗਾਵਾਰਾ। ਮਹਾਰਾਜ ਸਾਹਿਬ ਜੀ ਨੇ ਅਨੇਕਾਂ ਹੀ ਫਰਮਾਨ ਉੱਚੀਆਂ ਕੁਲਾਂ ਦੇ ਮੱਧ ਵਾਲਿਆਂ ਨੂੰ ਦਿੱਤੇ ਨੇ। ਉਹਨਾਂ ਦਾ ਹੰਕਾਰ ਦੂਰ ਕੀਤਾ ਹੈ। ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਜਨੇਊ ਦੇ ਪਾਉਣ ਨਾਲ ਸਗੋਂ ਇੱਕ ਵਿਖਾਵਾ ਹੁੰਦਾ ਹੈ ਤੇ ਜਾਤ ਦਾ ਹੰਕਾਰ ਵੱਧਦਾ ਹੈ ਕਿ ਮੈਂ ਉੱਚੀ ਜਾਤ ਵਾਲਾ ਹਾਂ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਹ ਤਾਂ ਸੰਸਾਰ ਦੀ ਇੱਕ ਤੁਸਾਂ ਰਹੁ ਰੀਤੀ ਬਣਾਈ ਹੈ। ਤੇ ਇਸ ਤਰ੍ਹਾਂ ਪਰਮਾਤਮਾ ਦੀ ਇਸ ਦੇ ਪਾਉਣ ਦੇ ਨਾਲ ਪ੍ਰਾਪਤੀ ਨਹੀਂ ਹੈ। ਮੈਂ ਪੂਰਵ ਜੋ ਕਿਰਾ ਉਬਾਚੇ ਬਿਨ ਸੰਸੈ ਸੋ ਭੀ ਸਭ ਸਾਚੇ। ਮਹਾਰਾਜ ਸਾਹਿਬ ਜੀ ਤੋਂ ਐਸੇ ਬਚਨ ਸੁਣੇ ਤਾਂ ਪੰਡਿਤ ਹਰਦਿਆਲ ਦਿਆ ਰੋਮ ਰੋਮ ਖੜਾ ਹੋ ਗਿਆ। ਬੜਾ ਆਨੰਦ ਆਇਆ ਬਚਨ ਸੁਣ ਕੇ ਤੇ ਫਿਰ ਹੋਰ ਸੁਣਨ ਦੀ ਇੱਛਾ ਹੋਈ। ਮੈਂ ਪੂਰਵ ਜੋ ਗਿਰਾ ਉਬਾਚੀ, ਮਨ ਵਿੱਚ ਸੋਚਦਾ ਕਿ ਜੋ ਮੈਂ ਪਹਿਲਾਂ ਬਾਬਾ ਕਾਲੂ ਜੀ ਨੂੰ ਸਾਰੀ ਗਿਰਾ ਸਾਰੀ ਬਾਣੀ ਦੱਸੀ ਸੀ ਕਿ ਅਵਤਾਰੀ ਪੁਰਸ਼ ਆ, ਮਹਾਂਪੁਰਸ਼ ਆ, ਇਹਦੇ ਲੜ ਲੱਗ ਕੇ ਤਾਂ ਸਾਰਾ ਸੰਸਾਰ ਹੀ ਤਰਨਹਾਰ ਹੋਵੇਗਾ। ਇਹ ਤਾਂ ਇੱਕ ਭੋਜਨ ਸੰਸਾਰ ਤੋਂ ਪਾਰ ਕਰਾਉਣ ਵਾਲਾ ਜਹਾਜ਼ ਆ। ਇਸ ਲਈ ਸਾਰੇ ਬਚਨ ਸੱਚ ਹੋਣ ਤੇ ਪੰਡਿਤ ਹਰਦਿਆਲ ਜਿਹੜਾ ਸੀ ਬੜਾ ਪ੍ਰਸੰਨ ਹੋਇਆ। ਚਿਤਵਦਾ ਹੈ ਕਿ ਮੈਂ ਪੂਰਵ ਜੋ ਗਿਰਾ ਉਬਾਚੀ ਬਿਨ ਸੰਸੈ ਸੋ ਵੀ ਸੱਚ ਸਾਚੀ, ਸਭ ਸਾਚੀ। ਕਿ ਜੋ ਮੈਂ ਪਹਿਲੇ ਬਚਨ ਕਹੇ ਸਨ ਉਹ ਬਗੈਰ ਸੰਸੇ ਸਾਰੇ ਹੀ ਸੱਚ ਹੋਏ ਹਨ। ਲੱਖ ਹੈ ਬਿਰਲੇ ਬਹੁ ਅਨਜਾਣਾ ਜਿਹੇ ਬਚ ਸੁਨ ਮਮ ਮਨ ਠਹਿਰਾਨਾ। ਪਰ ਕਹਿੰਦੇ ਨੇ ਕਿ ਲੱਖ ਹੈ ਬਿਰਲੇ, ਇਸ ਗੱਲ ਨੂੰ ਵਿਰਲੇ ਹੀ ਜਾਣਨਗੇ। ਇਸ ਵਕਤ ਬਹੁਤੇ ਇਹਨਾਂ ਤੋਂ ਅਣਜਾਣ ਰਹਿਣਗੇ। ਪਰ ਮੈਂ
ਇਹਨਾਂ ਦੇ ਬਚਨ ਹਿਰਦੇ ਵਿੱਚ ਮੇਰੇ ਵਸ ਗਏ ਹਨ। ਹੋ ਸੋ ਕਿਰਥਾਰਥ ਬੰਸ ਸਮੇਤਾ, ਪਾਜੈ ਮੈਂ ਬ੍ਰਹਡ ਨਿਕੇਤਾ। ਮੈਂ ਇਹਨਾਂ ਦੇ ਬਚਨ ਸੁਣ ਕਰਕੇ ਕਰਤਾਰਥ ਹੋ ਜਾਵਾਂਗਾ ਔਰ ਇਹ ਲੋਕ ਸੁਖੀਆ ਹੋ ਜਾਏਗਾ ਤੇ ਪਰਲੋਕ ਮੇਰਾ ਸੁਹੇਲਾ ਹੋ ਜਾਵੇਗਾ। ਆਨੰਦ ਮਗਨ ਮੁਖ ਬੋਲ ਨ ਆਵਾ, ਸੁਨਨ ਬਚਨ ਮਨ ਰੁਚ ਉਪਜਾਵਾ। ਐਸਾ ਆਨੰਦ ਹੋਇਆ ਹੈ ਕਿ ਮੂੰਹ ਤੋਂ ਕੋਈ ਹੁਣ ਸ਼ਬਦ ਨਿਕਲ ਰਿਹਾ, ਬਸ ਕੇਵਲ ਗੁਰੂ ਸਾਹਿਬ ਜੀ ਦੇ ਦੀਦਾਰੇ ਕਰਦਾ ਹੈ। ਸਿਰਫ ਸਰਵਣ ਜਿਹੜੇ ਹੈ ਉਹ ਖੋਲ ਲਏ ਹਨ, ਮੂੰਹ ਤੋਂ ਬਚਨ ਕੋਈ ਨਹੀਂ ਆਉਂਦਾ, ਸਿਰਫ ਸਤਿਗੁਰਾਂ ਦੇ ਬਚਨ ਹੀ ਬਚਨ ਸੁਣੀ ਜਾ ਰਿਹਾ ਹੈ। ਅਨੰਤ ਜਿਦ ਵਜ ਬੈਸੇ ਸ਼ੁਭ ਨੀਤੇ, ਸੋ ਬੋਲੇ ਲਖ ਪਾਸ਼ਲ ਰੀਤੇ। ਜਦ ਪੰਡਿਤ ਹਰਦਿਆਲ ਦੇ ਸਾਰੇ ਪ੍ਰਸ਼ਨ ਉੱਤਰ ਹੋਏ, ਪੰਡਿਤ ਹਰਦਿਆਲ ਨੂੰ ਸਤਿਗੁਰਾਂ ਤੋਂ ਗਿਆਨ ਉਪਦੇਸ਼ ਦੀ ਪ੍ਰਾਪਤੀ ਹੋ ਗਈ, ਮਨ ਠਹਿਰ ਗਿਆ, ਸ਼ਾਂਤੀ ਵਿੱਚ ਆ ਗਿਆ, ਆਨੰਦੋ ਆਨੰਦ ਹੋ ਗਿਆ, ਚੁੱਪ ਕਰ ਗਿਆ। ਦੂਸਰੇ ਜਿਹੜੇ ਬ੍ਰਾਹਮਣ ਬੈਠੇ ਸਨ ਉਹ ਰੀਤ ਦੀ ਵਿਚਾਰ ਕਰਕੇ ਸਾਰੇ ਬੋਲ ਪਏ। ਭੋ ਬਾਲਕ ਇਹ ਜਗ ਪਵਿੱਤਾ, ਵੇਦ ਪੰਥ ਮੈਂ ਗਿਨਿਓ ਪੁਨੀਤਾ। ਕਹਿੰਦੇ ਨੇ ਕਿ ਹੇ ਬਾਲਕ, ਇਹ ਜਗਿਓ ਪਵਿੱਤ ਜਿਹੜਾ ਹੈ, ਇਹ ਜਨਿਊ ਜਿਹੜਾ ਹੈ, ਇਸ ਦੀ ਰੀਤ ਵੇਦਾਂ ਵਿੱਚ ਬੜੀ ਚੰਗੀ ਤਰ੍ਹਾਂ ਦੱਸੀ ਗਈ ਹੈ। ਪਰੰਪਰਾ ਪਾਵਨ ਬਰ ਧਰਮਾ, ਦਿਜ ਬਾਹਜ ਕੋ ਰਾਖਤ ਧਰਮਾ। ਬਹੁਤ ਉੱਚਾ ਧਰਮ ਹੈ ਛਤਰੀ ਧਰਮ। ਇਹ ਕਹਿੰਦੇ ਨੇ ਕਿ ਇਸ ਦੇ ਪਾਇਆ, ਇਹ ਜਨਿਊ ਦੇ ਪਾਇਆ ਬ੍ਰਾਹਮਣਾਂ ਤੇ ਪੁਰੋਹਿਤਾਂ ਦਾ ਧਰਮ ਜਿਹੜਾ ਉਹ ਰਹਿ ਆਉਂਦਾ ਹੈ। ਬ੍ਰਹਮ ਦਾ ਕੇ ਤੇ ਇਹ ਚਲ ਆਵਾ, ਸਨਕ ਸਨੰਦਨ ਸਭ ਪਹਿਰਾਵਾ। ਕਹਿੰਦੇ ਨੇ ਕਿ ਬ੍ਰਹਮਾ ਜੀ ਤੋਂ ਇਹ ਚੱਲਦੀ ਆ ਰਹੀ ਹੈ ਰਹੁ ਰੀਤੀ, ਬ੍ਰਹਮਾ ਜੀ ਨੇ ਵੀ ਪਹਿਨਿਆ। ਉਹਨਾਂ ਦੇ 4 ਪੁੱਤਰ ਸਨਕ, ਸਨੰਦਨ, ਸੰਤ ਕੁਮਾਰ, ਸਨਾਤਨ, ਉਹਨਾਂ ਚਾਰਾਂ ਨੇ ਵੀ ਇਸ ਜਨਿਊ ਨੂੰ ਪਹਿਨਣਾ ਕੀਤਾ ਹੈ। ਉਹਨਾਂ ਤੋਂ ਇਹ ਰੀਤ ਚੱਲਦੀ ਆ ਰਹੀ ਹੈ ਅੱਜ ਤੱਕ। ਉਸ ਰੀਤੀ ਮੁਤਾਬਕ ਸਾਰੇ ਹਰ ਕੋਈ ਇਹ ਜਨਿਊ ਪਹਿਨਦਾ ਹੈ। ਜੇ ਹਮ ਕੀਨੇ ਉਕਤ ਨਵੀਨਾ, ਪੇਲੋ ਏ ਤੋ ਸੁਮਤ ਪ੍ਰਬੀਨਾ। ਕਹਿੰਦੇ ਨੇ ਕਿ ਹੇ ਬਾਲ, ਜੇ ਅਸਾਂ ਕੋਈ ਨਵੀਂ ਰੀਤ ਚਲਾਈ ਹੈ ਤਾਂ ਤੁਸੀਂ ਜ਼ਰੂਰ ਇਹ ਰੀਤ ਜਿਹੜੀ ਹਟਾ ਸਕਦੇ ਹੋ, ਹਟਾ ਦੇਣਾ ਕਰੋ। ਚਲੋ ਬਾਲ ਪਾਸ਼ਲ ਕੁਲ ਚਾਲੇ, ਕਿਉ ਤੁਮ ਸਭ ਤੇ ਚਹੋ ਨਿਰਾਲੇ। ਬਾਕੀ ਤੁਹਾਨੂੰ ਇਹਨਾਂ ਗੱਲਾਂ ਦਾ ਗਿਆਨ ਨਹੀਂ, ਤੁਸੀਂ ਬਾਲਕ ਹੋ, ਇਸ ਕਰਕੇ ਹੇ ਬਾਲ ਪਿਛਲੀ ਕੁਲ ਰੀਤ ਜਿਹੜੀ ਉਹ ਚੱਲਣਾ ਕਰੋ। ਕਿਉਂ ਐਸੀਆਂ ਨਵੀਆਂ ਗੱਲਾਂ ਤੁਸੀਂ ਕਰ ਰਹੇ ਹੋ? ਸੁਣ ਸ਼੍ਰੀ ਨਾਨਕ ਬਚ ਦਿਜਵਜ ਬਰਕਾ, ਬੋਲੇ ਤੈ ਮਤ ਕਰਤਿਓ ਤਰਕਾ। ਕਹਿੰਦੇ ਨੇ ਕਿ ਸਤਿਗੁਰੂ ਸਾਹਿਬ ਜੀ ਨੇ ਜਦ ਉਹਨਾਂ ਬ੍ਰਾਹਮਣਾਂ ਦੇ ਇਹ ਬਚਨ ਸੁਣੇ, ਗੱਲ ਸੁਣੀ, ਤਾਂ ਉਹਨਾਂ ਦੀ ਭਰਮ ਦੀ ਮਤ ਦੂਰ ਕਰਨ ਵਾਸਤੇ ਸਤਿਗੁਰੂ ਸਾਹਿਬ ਜੀ ਬੋਲ ਪਏ ਹਨ। ਸ਼੍ਰੀ ਮੁਖਵਾਖ ਚੌਕੜ ਮੂਲ ਅਨਾਇਆ, ਬਹਿ ਚੌਕੇ ਪਾਇਆ। ਸਿੱਖਾਂ ਕੰਨ ਚੜਾਈਆਂ, ਗੁਰੂ ਬ੍ਰਾਹਮਣ ਥੀਆ। ਉਹ ਮੋਆ ਉਹ ਝੜ ਪਿਆ, ਵੇ ਤੱਗਾ ਗਿਆ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਕਿ 4 ਕੋਡੀਆਂ ਦਾ ਚੌਕੜ ਮੁੱਲ ਅਣਾਇਆ। 4 ਕੋਡੀਆਂ ਦਾ ਇਹ ਧਾਗਾ ਲੈ ਕਰਕੇ ਆਉਣਾ ਕੀਤਾ, ਚੌਕੜ ਮੁੱਲ ਅਣਾਇਆ। ਫਿਰ ਚੌਕੇ ਵਿੱਚ ਬੈਠ ਕਰਕੇ ਪਾ ਦਿੱਤਾ ਹੈ ਸਿੱਖਾ ਕੰਨ। ਫਿਰ ਚੜਾਈਆਂ, ਸਿੱਖਿਆ ਜਿਹੜੀ ਉਹ ਕੰਨ ਵਿੱਚ ਦੱਸ ਦਿੱਤੀ। ਗੁਰੂ ਬ੍ਰਾਹਮਣ ਥੀਆ, ਕੀ ਸਿੱਖਿਆ ਦਿੱਤੀ ਕਿ ਅੱਜ ਤੋਂ ਜਨਿਊ ਪਾ ਲਿਆ ਹੈ ਤੇ ਤੇਰਾ ਅੱਜ ਤੋਂ ਬ੍ਰਾਹਮਣ ਜਿਹੜਾ ਹੈ ਉਹ ਗੁਰੂ ਹੈ। ਮਹਾਰਾਜ ਕਹਿੰਦੇ ਕਿ ਜਦ ਅੰਤ ਸਮਾਂ ਆਵੇਗਾ, ਉਹ ਮੂਆ ਉਹ ਝੜ ਪਿਆ, ਮਨੁੱਖ ਮਰ ਜਾਏਗਾ, ਤਾਂ ਇਹ 4 ਕੋਡੀਆਂ ਦਾ ਧਾਗਾ ਜਿਹੜਾ ਸੜ ਕੇ ਸਵਾਹ ਹੋ ਜਾਵੇਗਾ। ਉਹ ਮੂਆ ਉਹ ਝੜ ਪਿਆ, ਵੇ ਤੱਗਾ ਗਿਆ।